ਤੁਸੀਂ ਸੁਣ ਰਹੇ ਹੋ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਦੂਜਾ ਪਾਸਾ। ਅੱਜ 9ਵੇਂ ਭਾਗ ਵਿੱਚ ਸੁਣੋ 9/11 ਉਲਝੀ ਗੁੱਥੀ ਜੋੜੇ ਟਾਵਰਾਂ ਦੀ ਅਤੇ ਲੁਕਾਇਆ ਸੱਚ ਦਾਈਆਂ ਤੋਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡ ਟ੍ਰੇਡ ਸੈਂਟਰ ਦੇ 110 ਮੰਜ਼ਲਾ ਜੋੜੇ ਮੀਨਾਰ ਟਾਵਰ ਨੰਬਰ 1 ਅਤੇ 2 1970 ਅਤੇ 1971 ਵਿੱਚ ਪੂਰੇ ਕੀਤੇ ਗਏ ਸਨ। 2 ਸਾਲ ਵਾਸਤੇ ਉਚਾਈ ਵਿੱਚ ਇਹਨਾਂ ਟਾਵਰਾਂ ਦਾ ਵਿਸ਼ਵ ਰਿਕਾਰਡ ਰਿਹਾ। ਉਹਨਾਂ ਦੇ ਨਾਲ 5 ਹੋਰ ਘੱਟ ਉਚਾਈ ਵਾਲੇ ਮੀਨਾਰ ਬਣਾਏ ਸਨ। ਇਹਨਾਂ ਵਿੱਚੋਂ ਟਾਵਰ ਨੰਬਰ 7 50 ਮੰਜ਼ਲਾ ਸੀ ਅਤੇ 9/11 ਵਾਲੇ ਦਿਨ ਭਾਵ 11 ਸਤੰਬਰ 2001 ਨਾਲ ਸੰਬੰਧਿਤ ਹੋਣ ਕਾਰਨ ਇਸ ਦੀ ਮਹੱਤਤਾ ਸੀ। 7 ਹੀ ਟਾਵਰ ਸਰਕਾਰੀ ਮਲਕੀਅਤ ਸਨ। 9/11 ਦੀ ਮੰਦ ਘਟਨਾ ਤੋਂ ਕੇਵਲ 2 ਮਹੀਨੇ ਪਹਿਲਾਂ ਸਰਕਾਰ ਨੇ ਇਹ ਟਾਵਰ ਲਾਰੀ ਸਿਲਵਰਸਟੀਨ ਨਾਂ ਦੇ ਵਿਅਕਤੀ ਨੂੰ $400 ਮਿਲੀਅਨ ਵਿੱਚ ਵੇਚ ਦਿੱਤੇ। ਇਮਾਰਤਾਂ ਦਾ ਘੇਰਾ ਏਕੜਾਂ ਵਿੱਚ ਖਿਲਰਿਆ ਹੋਇਆ ਹੈ। ਹਰ ਟਾਵਰ ਦੀ ਚੌੜਾਈ ਅਤੇ ਲੰਬਾਈ ਇੱਕੋ ਜਿਹੀ 207 ਫੁੱਟ ਸੀ। ਇਸ ਦੇ ਟਾਕਰੇ ਵਿੱਚ ਇੱਕ ਫੁੱਟਬਾਲ ਦਾ ਮੈਦਾਨ 300 ਫੁੱਟ ਲੰਬਾ ਅਤੇ 180 ਫੁੱਟ ਚੌੜਾ ਹੁੰਦਾ ਹੈ। ਫੁੱਟਬਾਲ ਦਾ ਮੈਦਾਨ 5400,000 ਵਰਗ ਫੁੱਟ ਦੇ ਟਾਕਰੇ ਤੇ ਹਰ ਟਾਵਰ ਦਾ ਜ਼ਮੀਨੀ ਰਕਬਾ 43,000 ਮੁਰੱਬਾ ਫੁੱਟ ਸੀ। ਮੋਟੇ ਤੌਰ ਤੇ ਕਹਿ ਲਵੋ ਕਿ ਲਗਭਗ ਇੱਕ ਫੁੱਟਬਾਲ ਦੇ ਮੈਦਾਨ ਜਿੱਡੀ ਚੌਰਸ ਇਮਾਰਤ ਜਿਹੜੀ 110 ਮੰਜ਼ਲਾ ਦੇ ਨਾਲ 1368 ਫੁੱਟ ਉੱਚੇ ਅਸਮਾਨ ਨਾਲ ਗੱਲਾਂ ਕਰਦੀ ਸੀ। ਟਾਵਰ ਇੱਕ ਦੇ ਉੱਪਰ ਇੱਕ 400 ਫੁੱਟ ਉੱਚਾ ਸੈਂਕੜੇ ਟਨ ਭਾਰੀ ਸਟੀਲ ਦਾ ਐਂਟੀਨਾ ਵੀ ਸੀ। ਟਾਵਰਾਂ ਦੇ ਅੰਦਰ ਤੇਜ਼ ਗਤੀ ਵਾਲੀਆਂ 95 ਲਿਫਟਾਂ ਸਨ। ਸਭ ਜਾਣਦੇ ਸਨ ਕਿ ਹਰ ਲਿਫਟ ਦੇ ਦੁਆਲੇ ਕੰਧਾਂ ਦੀ ਇੰਨੀ ਪਕਿਆਈ ਕੀਤੀ ਜਾਂਦੀ ਹੈ ਸਟੀਲ ਅਤੇ ਕੰਕਰੀਟ ਦੇ ਨਾਲ। ਇਮਾਰਤ ਦੇ ਬਾਹਰਵਾਰ ਐਲੂਮੀਨੀਅਮ ਰਲੀ ਧਾਤੂ ਦੀਆਂ ਬੇਅੰਤ ਲੰਬੀਆਂ ਪੱਟੀਆਂ ਖੂਬਸੂਰਤੀ ਲਈ ਲੱਗੀਆਂ ਹੋਈਆਂ ਸਨ। ਅੰਦਰਲੀ ਬਨਾਵਟ ਬਾਰੇ ਬਹੁਤਾ ਕੀ ਕਹਿਣਾ ਹੈ। ਉਸ ਜ਼ਮਾਨੇ ਦੀ ਉੱਚਤਮ ਤਕਨੀਕ ਨਾਲ ਬਣੀਆਂ ਜੋੜੇ ਟਾਵਰਾਂ ਦੀ ਬਨਾਵਟ ਵਿੱਚ 4 ਲੱਖ ਟਨ ਸਪੈਸ਼ਲ ਸਟੀਲ ਅਤੇ 80 ਲੱਖ ਟਨ ਕੰਕਰੀਟ ਵਰਤਿਆ ਗਿਆ। ਇਮਾਰਤਾਂ ਬਣਦਿਆਂ 4 ਸਾਲ ਲੱਗੇ। ਕੋਈ ਜਨ ਸਧਾਰਨ ਇਸ ਇਮਾਰਤ ਦੇ ਅੰਦਰ ਨਹੀਂ ਸੀ ਵੜ ਸਕਦਾ। ਪੂਰੇ ਸਿਕਿਉਰਿਟੀ ਚੈੱਕ ਪਿੱਛੋਂ ਕੇਵਲ ਇੱਕ ਲਿਫਟ ਰਾਹੀਂ 107ਵੀਂ ਮੰਜ਼ਲ 'ਤੇ ਨਜ਼ਾਰਾ ਵੇਖਣ ਲਈ ਜਾਇਆ ਜਾ ਸਕਦਾ ਸੀ। ਉੱਥੇ ਖਲੋ ਕੇ ਕਿਸੇ ਸਾਫ਼ ਦਿਨ 50 ਕਿਲੋਮੀਟਰ ਤੱਕ ਵੇਖਿਆ ਜਾ ਸਕਦਾ ਹੈ। ਉੱਥੇ ਹੀ ਇੱਕ ਰੈਸਟੋਰੈਂਟ ਸੀ। ਕੋਈ 25 ਸਾਲ ਪਹਿਲਾਂ ਮੈਂ ਇਹਨਾਂ ਟਾਵਰਾਂ ਦੇ ਕੋਲੋਂ ਲੰਘਿਆ ਸਾਂ। ਮੇਰੇ ਸਾਥੀਆਂ ਨੇ ਕਿਹਾ ਚਲੋ ਉੱਪਰ ਚੱਲੀਏ। ਮੈਂ ਹਾਮੀ ਨਹੀਂ ਭਰੀ। ਏਡੀ ਵੱਡੀ ਇਮਾਰਤ ਨੂੰ ਵੇਖ ਕੇ ਆਦਮੀ ਦੰਗ ਤਾਂ ਰਹਿ ਹੀ ਜਾਂਦਾ ਹੈ। ਹਰ ਇੱਕ ਇਮਾਰਤ 6 ਕਰੋੜ ਕਿਊਬਿਕ ਫੁੱਟ ਦੀ ਸੀ। ਇਮਾਰਤ ਦੀ ਤਾਕਤ ਦਾ ਅੰਦਾਜ਼ਾ ਲਗਾਓ ਕਿ ਉੱਥੇ ਲੱਗੇ ਹੋਏ ਸਪੈਸ਼ਲ ਸਟੀਲ ਗਾਰਡ 1.5 ਫੁੱਟ ਮੋਟੇ ਸਨ ਅਤੇ ਜਿਨ੍ਹਾਂ ਦੀਆਂ ਆਪਣੀਆਂ ਪੱਤੀਆਂ 4-4 ਇੰਚ ਮੋਟੀਆਂ ਸਨ। ਵਾਰੇ ਜਾਈਏ ਸਾਇੰਸ ਤੇ ਟੈਕਨੋਲੋਜੀ ਦੇ, ਜਿਸ ਰਾਹੀਂ ਇਹ ਮਹਾਨ ਇਮਾਰਤਾਂ ਹੋਂਦ ਵਿੱਚ ਆਈਆਂ। ਇਸ ਤੋਂ ਪਿੱਛੋਂ ਮੁੜ ਵਾਰੇ ਜਾਈਏ ਇੱਕ ਜਹਾਜ਼ ਦੇ, ਜਿਸ ਬਾਰੇ ਸਾਨੂੰ ਦੱਸਿਆ ਗਿਆ ਹੈ ਕਿ ਇਹ ਬੋਇੰਗ 767 ਸੀ, ਜਿਸ ਨੇ ਪਿੱਛੇ ਦੱਸੇ ਟਾਵਰ ਦੇ ਨਾਲ ਲੋਹਾ ਲਿਆ ਸੀ। ਇਹ ਜਹਾਜ਼ 200 ਫੁੱਟ ਲੰਬਾ ਹੁੰਦਾ ਹੈ ਅਤੇ ਇਸ ਦੇ ਪਰਾਂ ਦਾ ਖਿਲਾਰ 170 ਫੁੱਟ ਹੁੰਦਾ ਹੈ। ਇਸ ਦਾ ਬਾਲਣ ਮਿੱਟੀ ਦਾ ਤੇਲ ਇਸ ਦੇ ਪਰਾਂ ਵਿੱਚ ਹੁੰਦਾ ਹੈ। 30 ਟਨ ਹਰ ਇੱਕ ਪਰ ਵਿੱਚ। ਪੂਰਾ ਭਰਿਆ ਜਹਾਜ਼ 5000 ਮੀਲ ਲੰਬੀ ਉਡਾਰੀ ਮਾਰ ਸਕਦਾ ਹੈ। ਕੁੱਲ ਬਾਲਣ ਹੋਇਆ 60 ਟਨ। ਭਰੇ ਹੋਏ ਜਹਾਜ਼ ਦਾ ਕੁੱਲ ਭਾਰ 204 ਟਨ ਸੀ। ਟੱਕਰ ਹੋਈ 150 ਟਨ ਦੇ ਜਹਾਜ਼ ਦੀ ਅਤੇ ਉਸ ਦੇ ਸਾਹਮਣੇ ਸੀ 6 ਲੱਖ ਟਨ ਦੀ ਸਟੀਲ ਅਤੇ ਕੰਕਰੀਟ ਦੀ ਚਟਾਨ। ਭਾਰਤ ਦੇ ਅੰਤਰ ਵਿੱਚ ਹੋਇਆ 4000 ਗੁਣਾ, ਯਾਨੀ 1 ਟਨ ਮੁੱਕਾ 450 ਮੀਲ ਦੀ ਰਫ਼ਤਾਰ ਉੱਤੇ 4000 ਟਨ ਦੀ ਚਟਾਨ ਨੂੰ ਜਾ ਟਕਰਾਇਆ। ਚਟਾਨ ਨੂੰ ਰਤਾ ਜਿਹਾ ਝਟਕਾ ਲੱਗਾ ਪਰ ਉਹ ਹਿੱਲ ਰਹੀ। ਗੱਲ ਤਾਂ ਬਣੀ ਨਹੀਂ। ਇਮਾਰਤ ਨੂੰ ਤਾਂ ਡਿੱਗਣਾ ਚਾਹੀਦਾ ਸੀ ਜਿਸ ਤਰ੍ਹਾਂ ਉਹ 11 ਸਤੰਬਰ 2001 ਨੂੰ ਡਿੱਗੀ ਸੀ। ਇਮਾਰਤ ਡਿੱਗਣ ਲਈ ਅਸੀਂ ਹੁਣ ਦੂਜੀ ਸ਼ਕਤੀ ਵਰਤੋਂ ਵਿੱਚ ਲਿਆਉਂਦੇ ਹਾਂ। ਉਹ ਹੈ ਜਹਾਜ਼ ਦਾ ਬਾਲਣ।
ਬਾਲਣ ਮਿੱਟੀ ਦੇ ਤੇਲ ਦੀ ਹੀ ਬਣਗੀ ਹੈ। ਉਹੀ ਤੇਲ ਜਿਸ ਨੂੰ ਸਟੋਵ ਵਿੱਚ ਬਾਲ ਕੇ ਉਸ ਦੀ ਤੇਜ਼ ਅੱਗ ਉੱਤੇ ਭਾਂਡੇ ਰੱਖ ਕੇ ਦਾਲ ਫੁਲਕਾ ਬਣਦਾ ਹੈ। ਅਜੇ ਤੱਕ ਕਿਸੇ ਨੇ ਰਸੋਈ ਦੇ ਭਾਂਡੇ ਜਾਂ ਤਵੇ ਨੂੰ ਸਟੋਵ ਦੀ ਗਰਮੀ ਨਾਲ ਲਾਲ ਹੁੰਦਿਆਂ ਨਹੀਂ ਵੇਖਿਆ। ਬੜੇ ਬੇਸ਼ਰਮ ਸਨ ਇਹ ਭਾਂਡੇ। ਹੁਣ ਵੇਖੀਏ ਸਟੋਵ ਦੀ ਅੱਗ ਦਾ ਕੰਕਰੀਟ ਉੱਤੇ ਕੀ ਅਸਰ ਹੁੰਦਾ ਹੈ। ਕੰਕਰੀਟ ਪੰਘਰ ਨਹੀਂ ਸਕਦਾ, ਪਰ ਜੇ ਬਹੁਤ ਜ਼ੋਰਦਾਰ ਮੱਧਮ ਤੇ ਗਰਮ ਕੀਤਾ ਜਾਵੇ ਤਾਂ ਭੁਰ ਸਕਦਾ ਹੈ। ਭੁਰਦਾ ਇਸ ਲਈ ਹੈ ਕਿਉਂਕਿ ਉਸ ਦੇ ਅੰਦਰ ਜੋ ਮਾਮੂਲੀ ਮਾਤਰਾ ਵਿੱਚ ਪਾਣੀ ਹੁੰਦਾ ਹੈ ਉਹ ਉਬਲ ਕੇ ਭਾਫ਼ ਬਣ ਜਾਂਦਾ ਹੈ, ਜਿਸ ਦੇ ਜ਼ੋਰ ਹੇਠ ਕੰਕਰੀਟ ਦੇ ਕਣਕੇ ਖਿੰਡ ਕੇ ਭੁਰ ਜਾਂਦੇ ਹਨ। ਕੰਕਰੀਟ ਸਟੀਲ ਵਰਗਾ ਢੀਠ ਨਹੀਂ, ਪਰ ਇਸ ਨੂੰ ਭੋਰਨ ਲਈ ਅੰਤਾਂ ਦੀ ਗਰਮੀ ਚਾਹੀਦੀ ਹੈ। ਇੱਕ ਪਾਸੇ 6 ਕਰੋੜ ਕਿਊਬਿਕ ਫੁੱਟ ਦੀ ਸਟੀਲ ਕੰਕਰੀਟ ਦੀ ਇਮਾਰਤ ਅਤੇ ਉਸ ਦੇ ਮੁਕਾਬਲੇ ਉੱਤੇ ਮਿੱਟੀ ਦੇ ਤੇਲ ਦੇ ਭਰੇ 4 ਟੈਂਕਰ। ਉਹ ਟੈਂਕਰ ਜੋ ਅਸੀਂ ਨਿੱਤ ਸੜਕਾਂ ਉੱਤੇ ਵੇਖਦੇ ਹਾਂ। ਇਸ ਬਾਲਣ ਦੇ ਨਾਲ ਜਿਵੇਂ ਇਹ ਖਿਲਰ ਗਿਆ ਦੱਸਿਆ ਜਾਂਦਾ ਹੈ, ਇਮਾਰਤ ਦਾ ਇੱਕ ਗਰਮ ਲੋਹਾ ਵੀ ਨਹੀਂ ਪੰਘਰ ਸਕਦਾ ਸੀ। ਕਿਸੇ ਥਾਂ ਕੰਕਰੀਟ ਭਾਵੇਂ ਰਤਾ ਮਾਸਾ ਭੁਰ ਜਾਂਦਾ। ਮੈਂ ਤਾਂ ਇੱਥੋਂ ਤੱਕ ਕਹਿਣ ਨੂੰ ਤਿਆਰ ਹਾਂ ਕਿ ਜੇ ਇਸ ਇਮਾਰਤ ਨੂੰ ਅੰਦਰੋਂ ਬਾਹਰੋਂ ਇਸ ਬਾਲਣ ਨਾਲ ਭਰ ਕੇ ਵੀ ਅੱਗ ਲਗਾਈ ਜਾਂਦੀ ਤਾਂ ਵੀ ਇਸ ਦਾ ਢਾਂਚਾ ਸਹੀ ਸਲਾਮਤ ਆਪਣੀ ਥਾਂ ਉੱਪਰ ਖੜਾ ਰਹਿੰਦਾ। ਇਹ ਗੱਲ ਇੰਨੇ ਵਿਸ਼ਵਾਸ ਨਾਲ ਕਿਵੇਂ ਕਹੀ ਜਾ ਸਕਦੀ ਹੈ? ਬਾਲਣ ਤੋਂ ਉਪਜੀ ਗਰਮੀ ਸਟੀਲ ਨੂੰ ਲਾਲ ਕਰਨ ਜਾਂ ਪੰਘਰਨ ਦੀ ਲੋੜੀਂਦੀ ਡਿਗਰੀ ਤੋਂ ਬਹੁਤ ਘੱਟ ਹੈ। ਤੁਸੀਂ ਇੱਕ ਚਮਚੇ ਨੂੰ ਸਾਰਾ ਦਿਨ ਸਟੋਵ ਦੀ ਗਰਮੀ ਉੱਤੇ ਰੱਖ ਦਿਓ, ਅਖੀਰ ਉੱਤੇ ਚਮਚਾ ਸਾਬਤ ਸਬੂਤਾ ਮਿਲੇਗਾ, ਜਦ ਕਿ ਸਟੋਵ ਵਿੱਚੋਂ ਤੇਲ ਮੁੱਕ ਚੁੱਕਾ ਹੋਵੇਗਾ। ਅਜੀਬ ਸਥਿਤੀ ਹੈ। ਜਹਾਜ਼ ਇਮਾਰਤ ਦੇ ਨਾਲ ਟਕਰਾਇਆ, ਇਮਾਰਤ ਰਤਾ ਨਾ ਝੁਕੀ ਪਰ ਆਪਣੀ ਥਾਂ ਤੇ ਖੜੀ ਰਹੀ। 60 ਟਨ ਬਾਲਣ ਸਟੀਲ ਅਤੇ ਕੰਕਰੀਟ ਦਾ ਕੁਝ ਵਿਗਾੜ ਨਹੀਂ ਸਕਦਾ। ਪਰ ਜੋ ਵੇਖਣ ਵਿੱਚ ਆਇਆ ਉਹ ਇਹ ਸੀ ਕਿ ਕੁੱਲ ਇਮਾਰਤ 10 ਸਕਿੰਟਾਂ ਤੋਂ ਘੱਟ ਸਮੇਂ ਦੇ ਅੰਦਰ ਆਪਣੇ ਹੀ ਕਦਮਾਂ ਵਿੱਚ ਢਹਿ ਢੇਰੀ ਹੋ ਗਈ। 400 ਫੁੱਟ ਉੱਚਾ ਸਟੀਲ ਦਾ ਐਂਟੀਨਾ ਭਾਫ਼ ਬਣ ਕੇ ਅਲੋਪ ਹੋ ਗਿਆ। ਪੰਘਰੇ ਹੋਏ ਸਟੀਲ ਦੇ ਛੱਪੜ ਲੱਗ ਗਏ, ਜਿਨ੍ਹਾਂ ਨੂੰ ਠੰਡੇ ਹੁੰਦਿਆਂ 2 ਮਹੀਨੇ ਲੱਗ ਗਏ। ਕੁੱਲ ਕੰਕਰੀਟ ਨਿਰਾ ਭੁਰਿਆ ਹੀ ਨਹੀਂ, ਸਗੋਂ ਕੰਕਰੀਟ ਦਾ ਇੱਕ ਕਣ ਪਤਲੀ ਧੂੜ ਬਣ ਕੇ ਭਿਆਨਕ ਪੜਾਕਿਆਂ ਨਾਲ ਸਾਰੇ ਨਿਊਯਾਰਕ ਵੱਲ ਖਿਲਰ ਗਿਆ। ਇੰਨੀ ਗਰਮੀ ਕਿੱਥੋਂ ਆਈ ਜਿਸ ਨੇ 4 ਲੱਖ ਟਨ ਕੰਕਰੀਟ ਅੰਦਰਲੇ ਕੁੱਲ ਪਾਣੀ ਨੂੰ ਅੱਖ ਦੇ ਫੋਰ ਵਿੱਚ ਅੰਤਾਂ ਦੀ ਗਰਮੀ ਨਾਲ ਅਤਿਅੰਤ ਪ੍ਰੈਸ਼ਰ ਦਬਾਅ ਦੇ ਹੇਠ ਫਟਾ ਦਿੱਤਾ। ਕਦੇ ਫਟਦੇ ਹੋਏ ਪ੍ਰੈਸ਼ਰ ਕੁੱਕਰ ਬਾਰੇ ਸੁਣਿਆ ਜੇ? ਇਹ ਗੁੱਥੀ ਕਿਵੇਂ ਸੁਲਝੇ? ਇਸ ਤੋਂ ਪਹਿਲਾਂ ਇਮਾਰਤਾਂ ਦੇ ਮਾਲਕ ਲਾਰੀ ਸਿਲਵਰਸਟੀਨ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਈ ਕੀ ਇਹ ਕਾਰਾ ਤੂੰ ਆਪ ਕੀਤਾ ਹੈ? ਇੰਸ਼ੋਰੈਂਸ ਦੀ ਵਧੀ ਹੋਈ ਰਕਮ ਲੈਣ ਲਈ, ਕਈ ਗੁਣਾ ਕਮਾਈ ਲੈਣ ਪਿੱਛੋਂ ਹੁਣ ਇਮਾਰਤਾਂ ਨਵੇਂ ਸਿਰ ਤੋਂ ਬਣ ਰਹੀਆਂ ਹਨ। ਬਈ ਟਾਵਰ ਨੰਬਰ 7 ਕਿਵੇਂ ਡਿੱਗਾ ਜਦ ਕਿ ਉਸ ਨੂੰ ਹਵਾਈ ਜਹਾਜ਼ ਵਰਗੀ ਕੋਈ ਚੀਜ਼ ਟਕਰਾਈ ਹੀ ਨਹੀਂ? ਇਸ ਪਿੱਛੋਂ ਪੁੱਛਣਾ ਚਾਹੀਦਾ ਹੈ ਕਿ ਪ੍ਰਧਾਨ ਬੁਸ਼ ਦੇ ਛੋਟੇ ਭਰਾ ਕੋਲੋਂ, ਜਿਹੜਾ ਉਹਨਾਂ ਇਮਾਰਤਾਂ ਦਾ ਸਿਕਿਉਰਿਟੀ ਅਫਸਰ ਸੀ। ਇਹ ਵੱਖਰੀ ਗੱਲ ਹੈ ਕਿ 2 ਮਹੀਨੇ ਇਮਾਰਤਾਂ ਦੇ ਅੰਦਰ ਕੀ ਖਤਰਨਾਕ ਕਾਰਾ ਹੁੰਦਾ ਰਿਹਾ ਹੈ। ਲਾਰੀ ਸਿਲਵਰਸਟੀਨ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਤੇਰੀ ਕੰਪਨੀ ਕੰਟਰੋਲਡ ਡੈਮੋਲੀਸ਼ਨ ਦਾ ਕੰਮ ਹੀ ਉੱਚੀਆਂ ਇਮਾਰਤਾਂ ਨੂੰ ਡੇਗਣਾ ਹੈ। ਤੇਰੀਆਂ ਇਮਾਰਤਾਂ ਨੂੰ ਇੰਜ ਡੇਗਣ ਦੀ ਹਿੰਮਤ ਕਿਸੇ ਹੋਰ ਨੇ ਕਿਵੇਂ ਕਰ ਲਈ? ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ CIA ਤੋਂ ਪੁੱਛੇ ਕਿ ਜਹਾਜ਼ ਵੱਜਣ ਅਤੇ ਇਮਾਰਤਾਂ ਦੀ ਯੋਜਨਾਬੱਧ ਤਬਾਹੀ ਦੀ ਅਜਿਹੀ ਖੂਬਸੂਰਤ ਤਾਲਮੇਲ ਕਿਵੇਂ ਕੀਤੀ ਗਈ। ਸਭ ਤੋਂ ਰੌਚਕ ਗੱਲ ਇਹ ਹੈ ਕਿ 9/11 ਦੇ ਹਾਦਸੇ ਦੀ ਛਾਣਬੀਣ ਕਰਨ ਵਾਲੇ ਕਮਿਸ਼ਨ ਨੇ ਕਈ ਸਾਲ ਖੋਜ ਕਰਨ ਪਿੱਛੋਂ ਇਹ ਨਤੀਜਾ ਕੱਢਿਆ ਕਿ ਪਤਾ ਨਹੀਂ ਇਹ ਟਾਵਰ ਕਿਵੇਂ ਡਿੱਗ ਪਏ। ਅੱਜ ਹੈ 21ਵੀਂ ਸਦੀ ਦਾ ਵਿਗਿਆਨਕ ਯੁੱਗ। ਲੁਕਾਇਆ ਸੱਚ ਦਾਈਆਂ ਤੋਂ। 11 ਸਤੰਬਰ 2001 ਇਸ ਨੂੰ 9/11/2001 ਕਰਕੇ ਵੀ ਲਿਖਿਆ ਜਾਂਦਾ ਹੈ। ਦੀ ਵਾਪਰੀ ਘਟਨਾ ਅਜਿਹੀ ਨਹੀਂ ਜਿਸ ਨੂੰ ਸੁਣ ਕੇ ਜਾਂ ਜਾਣ ਕੇ ਝੱਟ ਭੁਲਾ ਦਿੱਤਾ ਜਾਵੇ। ਇਸ ਘਟਨਾ ਦੇ ਨਾਲ ਕੁੱਲ ਦੁਨੀਆ ਦੇ ਸਵਾਸ ਜੁੜੇ ਹੋਏ ਹਨ। ਅਮਰੀਕਨ ਸਰਕਾਰ ਦੇ ਲੱਖਾਂ ਯਤਨਾਂ ਦੇ ਬਾਵਜੂਦ ਇਸ ਘਟਨਾ ਬਾਰੇ ਵਿਵਾਦ ਘਟਣ ਦੀ ਥਾਂ ਵਧਦੇ ਹੀ ਜਾ ਰਹੇ ਹਨ। ਸਾਇੰਸਦਾਨਾਂ, ਇੰਜੀਨੀਅਰਾਂ, ਪਾਇਲਟਾਂ, ਪਾੜੂਆਂ, ਜੋੜੇ ਟਾਵਰਾਂ ਤੇ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ, ਟਾਵਰਾਂ ਦੇ ਬਚਾਅ ਕਰਿੰਦਿਆਂ, ਇੱਥੋਂ ਤੱਕ ਕਿ ਡਾਕਟਰਾਂ ਅਤੇ ਆਰਕੀਟੈਕਟਾਂ ਦੇ ਸੰਗਠਨਾਂ ਅਤੇ ਆਮ ਸ਼ਹਿਰੀਆਂ ਵੱਲੋਂ ਵੀ
ਆਵਾਜ਼ਾਂ ਉੱਚੀਆਂ ਹੋ ਰਹੀਆਂ ਹਨ ਕਿ 9/11 ਦੀ ਸਰਕਾਰੀ ਜਾਂਚ ਕਮਿਸ਼ਨ ਦੀ ਰਿਪੋਰਟ ਨਾਕਸ ਤੇ ਝੂਠੀ ਹੈ। ਇਸ ਲਈ ਮੁੱਢੋਂ ਸੋਢੋਂ ਜਾਂਚ ਕਰਵਾਈ ਜਾਵੇ। ਕੁੱਲ ਦੁਨੀਆ ਦਾ ਤਜਰਬਾ ਹੈ ਕਿ ਸਰਕਾਰੀ ਜਾਂਚਾਂ ਸੱਚਾਈ ਲੱਭਣ ਦੀ ਥਾਂ ਉਸ ਦੇ ਉੱਪਰ ਪਰਦਾ ਪਾਉਣ ਲਈ ਹੀ ਵਰਤੀਆਂ ਜਾਂਦੀਆਂ ਹਨ। ਵਰਲਡ ਆਰਕੀਟੈਕਚਰ ਨਿਊਜ਼ ਨੇ 9/11 ਦੀ ਬਰਸੀ ਦੇ ਮੌਕੇ ਇੱਕ ਲੰਬੇ ਸੰਪਾਦਕੀ ਵਿੱਚ ਆਪਣੇ ਮੈਂਬਰਾਂ ਦੀ ਚੋਖੀ ਵਾਖ ਵੀ ਦਿੱਤੀ ਹੈ। ਲੇਖਕ ਹੈ ਰਿਚਰਡ ਗੇਜ, ਜੋ ਅਮਰੀਕਨ ਇੰਸਟੀਚਿਊਟ ਆਫ ਆਰਕੀਟੈਕਟਸ ਦਾ ਮੈਂਬਰ ਹੈ ਅਤੇ ਸਾਨ ਫ੍ਰਿਸਕੋ ਵਿੱਚ 20 ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਹ 9/11 ਸੱਚਾਈ ਲਈ ਇੰਜੀਨੀਅਰ ਅਤੇ ਆਰਕੀਟੈਕਟ ਨਾਂ ਦੀ ਸੰਸਥਾ ਦਾ ਪ੍ਰਧਾਨ ਹੈ, ਜਿਸ ਦੇ 1280 ਤੋਂ ਵੱਧ ਮੈਂਬਰਾਂ ਦੀ ਮੰਗ ਹੈ ਕਿ 9/11 ਦੀ ਘਟਨਾ ਨਵੇਂ ਸਿਰਿਓਂ ਜਾਂਚ ਕੀਤੀ ਜਾਵੇ। ਮੈਨੂੰ ਹੈਰਾਨੀ ਹੋਈ ਹੈ ਕਿ ਉੱਥੇ ਪੜ੍ਹੇ ਲਿਖੇ, ਖਾਂਦੇ ਪੀਂਦੇ ਇੰਨੇ ਸਿਰਫਿਰੇ ਲੋਕ ਹੋ ਸਕਦੇ ਹਨ ਜਿਹੜੇ ਆਪਣੀ ਅੜੀਅਲ ਸਰਕਾਰ ਦੇ ਨਾਲ ਪੇਚਾ ਪਾ ਸਕਦੇ ਹਨ। ਰਿਚਰਡ ਗੇਜ 11 ਦੇਸ਼ਾਂ ਅਤੇ ਅਮਰੀਕਾ ਦੀਆਂ ਕੁੱਲ ਰਿਆਸਤਾਂ ਵਿੱਚ 100 ਤੋਂ ਵੱਧ ਥਾਵਾਂ ਉੱਤੇ 9/11 ਬਾਰੇ ਲੈਕਚਰ ਦੇ ਚੁੱਕਿਆ ਹੈ। 11/9/2001 ਨੂੰ ਨਿਊਯਾਰਕ ਵਿੱਚ ਕਿੰਨੇ ਟਾਵਰ ਡੇਗੇ ਗਏ ਸਨ? ਬਹੁਤਿਆਂ ਵੱਲੋਂ ਜਵਾਬ ਮਿਲੇਗਾ 2। ਅਸਲ ਵਿੱਚ ਉਸ ਦਿਨ 3 ਟਾਵਰ ਡੇਗੇ ਗਏ ਸਨ। ਨੰਬਰ 1, ਨੰਬਰ 2 ਅਤੇ ਨੰਬਰ 7। ਨੰਬਰ 7 ਟਾਵਰ ਇੱਕ 47 ਮੰਜ਼ਲਾ ਇਮਾਰਤ ਸੀ ਅਤੇ ਬਾਕੀ ਟਾਵਰਾਂ ਦੇ ਨਾਲ ਹੀ ਬਣੀ ਸੀ। ਅਮਰੀਕਨ ਮੀਡੀਆ ਨੇ ਕੇਵਲ ਪਹਿਲੇ ਦਿਨ ਹੀ ਨੰਬਰ 7 ਨਾਂ ਦਾ ਲਿਆ ਹੈ, ਜਿਸ ਪਿੱਛੋਂ ਇੰਨੀ ਮੁਕੰਮਲ ਚੁੱਪ ਸਾਧ ਲਈ ਹੈ ਕਿ ਕੇਵਲ 6% ਅਮਰੀਕਨ ਲੋਕਾਂ ਨੂੰ ਇਸ ਦੀ ਹੋਂਦ ਦਾ ਪਤਾ ਹੈ। ਇਹ ਟਾਵਰ ਵੀ ਦੂਜੀਆਂ 2 ਇਮਾਰਤਾਂ ਜਿੰਨਾ ਲੰਬਾ ਚੌੜਾ ਇੱਕ ਫੁੱਟਬਾਲ ਦੀ ਗਰਾਊਂਡ ਜਿੱਡਾ ਸੀ। ਸਿਰਫ ਉਚਾਈ ਵਿੱਚ ਮਧਰਾ ਸੀ। ਕੁੱਲ ਭਾਰਤ ਵਿੱਚ ਇੱਕ ਵੀ 49 ਮੰਜ਼ਲਾ ਇਮਾਰਤ ਨਹੀਂ ਹੈ, ਜਦ ਕਿ ਅਮਰੀਕਾ ਦੇ ਅੰਦਰੋਂ ਐਸੀ ਇਮਾਰਤ ਦੀ ਯਾਦ ਵੀ ਮਿਟਾ ਦਿੱਤੀ ਗਈ ਹੈ। ਇਸ ਨੂੰ ਕਹਿੰਦੇ ਹਨ ਸਹੀ ਮਾਅਨਿਆਂ ਵਿੱਚ ਦਿਮਾਗ ਧੁਲਾਈ। ਹੁਣ ਤਾਂ ਖੈਰ ਉੱਥੇ ਉਹੋ ਜਿਹੀ ਨਵੀਂ ਇਮਾਰਤ ਬਣ ਵੀ ਗਈ ਹੈ। ਚਲੋ ਮੁੜੀਏ ਆਰਕੀਟੈਕਟ ਇੰਜੀਨੀਅਰ 9/11 ਸੱਚ ਲਈ। AE 9/11 ਟਰੁੱਥ ਵੱਲ। ਉਸ ਦੇ 1280 ਮੈਂਬਰ ਇੱਕ ਨਵਾਂ ਜਾਂਚ ਕਮਿਸ਼ਨ ਮੰਗਦੇ ਹਨ ਜੋ ਸਰਕਾਰ ਨਹੀਂ ਬਲਕਿ ਇੱਕ ਆਜ਼ਾਦ ਹਸਤੀ ਰੱਖਦਾ ਹੋਵੇ। ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡ ਐਂਡ ਟੈਕਨੋਲੋਜੀ ਇੱਕ ਸਰਕਾਰੀ ਸੰਸਥਾ ਹੈ। ਇਸ ਦਾ ਕਹਿਣਾ ਹੈ ਕਿ ਟਾਵਰ ਨੰਬਰ 7 ਨੂੰ 100 ਗਜ਼ ਦੂਰ ਬਲਦੇ ਹੋਏ ਉੱਤਰੀ ਟਾਵਰ ਨੰਬਰ 1 ਤੋਂ ਖਿੱਲਰ ਕੇ ਅੱਗ ਲੱਗ ਗਈ। ਭਾਵੇਂ ਕਿ ਇਸ ਨਾਲ ਕਿਸੇ ਜਹਾਜ਼ ਨੇ ਟੱਕਰ ਨਹੀਂ ਮਾਰੀ, ਤਾਂ ਵੀ ਇਸੇ ਅੱਗ ਸਦਕਾ ਟਾਵਰ ਨੰਬਰ 7 ਢਹਿ ਢੇਰੀ ਹੋ ਗਿਆ। 9/11 ਦੀ ਛਾਣਬੀਣ ਕਰਦੇ ਸਰਕਾਰੀ ਕਮਿਸ਼ਨ ਦੀ ਰਿਪੋਰਟ ਵਿੱਚ ਟਾਵਰ ਨੰਬਰ 7 ਦਾ ਨਾਮ ਵੀ ਦਰਜ ਨਹੀਂ ਹੈ। ਯਾਦ ਰਹੇ ਕਿ ਇਹ 49 ਮੰਜ਼ਲਾ ਟਾਵਰ ਵੀ ਵਧੀਆ ਸਟੀਲ ਅਤੇ ਕੰਕਰੀਟ ਨਾਲ ਬਣਿਆ ਹੋਇਆ ਸੀ। ਸਰਕਾਰ ਦੇ ਤਕਨੀਕੀ ਬੁਲਾਰਿਆਂ ਨੇ ਇੱਕ ਗੋਸ਼ਟੀ ਅੰਦਰ ਕਈ ਢੰਗਾਂ ਨਾਲ ਗੱਲ ਨੂੰ ਬੁਲਾ ਕੇ ਮਨਾਉਣਾ ਚਾਹਿਆ ਕਿ ਉਹ ਸੱਚੇ ਹਨ ਅਤੇ ਸੱਚ 9/11 ਵਾਲੇ ਝੂਠੇ ਹਨ, ਪਰ ਤਕਨੀਕੀ ਨੁਕਤਿਆਂ ਉੱਤੇ ਆਖਰ ਉਹਨਾਂ ਨੂੰ ਹਾਰ ਮੰਨਣੀ ਪਈ। ਪਰ ਫਰਕ ਕੀ ਪੈਂਦਾ ਜਦ ਲੋਕਾਂ ਦੇ ਸਿਰ ਵਿੱਚ ਟਾਵਰ ਨੰਬਰ 7 ਨਾਂ ਦੀ ਜੂੰ ਵੀ ਨਹੀਂ ਰੇਂਗਦੀ ਤਾਂ ਉਹ ਟਾਵਰ ਕਿਵੇਂ ਡਿੱਗਿਆ? ਉਹਦਾ ਫਰਕ ਕਿਸ ਨੂੰ ਪਵੇਗਾ? ਅਸਲੀਅਤ ਇਹ ਹੈ ਕਿ ਨੰਬਰ 7 ਇਮਾਰਤ ਖੁੱਲ੍ਹੀ ਡੁੱਲੀ ਡਿੱਗੀ, ਜਿਵੇਂ ਇਸ ਦੇ ਹੇਠਾਂ ਕੁਝ ਹੈ ਹੀ ਨਹੀਂ ਸੀ। ਇੰਜ ਕਿਵੇਂ ਹੋ ਗਿਆ? ਇਸ ਨੇਕ ਕੰਮ ਲਈ ਕਰੀਬ ਫੁੱਟਬਾਲ ਦੇ ਮੈਦਾਨ ਵਰਗੀ ਲੰਬੀ ਚੌੜੀ ਇਮਾਰਤ ਦੀਆਂ ਹੇਠਲੀਆਂ 8 ਮੰਜ਼ਲਾਂ ਨੂੰ ਇੱਕਦਮ ਝਟਕਾਇਆ ਗਿਆ। ਸੋਚੋ ਇਸ ਫਟਣ ਸਮੱਗਰੀ ਦੀ ਮਾਤਰਾ ਕਿੰਨੀ ਕੁ ਸੀ? ਇਹ ਜ਼ਰੂਰ ਸੈਂਕੜੇ ਟਨ ਹੋਵੇਗੀ। ਇਸ 47 ਮੰਜ਼ਲਾ ਵਾਲੀ ਇਮਾਰਤ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਵਿੱਚ ਕੁੱਲ 6 ਸੈਕਿੰਡ ਲੱਗੇ। ਸਰਕਾਰ ਦਾ ਕਹਿਣਾ ਹੈ ਕਿ ਟਾਵਰ ਨੰਬਰ 1 ਅਤੇ 2 ਜਹਾਜ਼ ਵੱਜਣ ਅਤੇ ਅੱਗਾਂ ਕਾਰਨ ਡਿੱਗੇ, ਜਦਕਿ ਟਾਵਰ ਨੰਬਰ 7 ਕੇਵਲ ਅੱਗਾਂ ਕਰਕੇ ਡਿੱਗਿਆ। ਇਹ ਮਹਾਨ ਝੂਠ ਇੰਨੀ ਵਾਰ ਦੁਹਰਾਇਆ ਨਹੀਂ, ਕੁਰੜਾਇਆ ਗਿਆ ਹੈ ਕਿ ਬੇਅੰਤ ਲੋਕਾਂ ਦੇ ਮਨਿਆਂ ਉੱਤੇ ਉਕਰਿਆ ਹੀ ਗਿਆ ਹੈ। ਪੁਰਾਤਨ ਸਮਿਆਂ ਤੋਂ ਜ਼ੋਰਾਵਰ ਦਾ ਸਭ ਤੋਂ ਵੱਡਾ ਹਥਿਆਰ ਝੂਠ ਰਿਹਾ ਹੈ। ਏਡਾ ਵੱਡਾ ਝੂਠ ਮਾਰੋ ਜੋ ਸੁਣਨ ਵਾਲੇ ਦੀ ਸੋਚ ਸ਼ਕਤੀ ਸੁੰਨ ਹੋ ਜਾਵੇ ਅਤੇ ਬੋਲਣ ਵੇਲੇ ਦੰਦਲ ਪੈ ਜਾਵੇ। ਸਰਕਾਰੀ ਬੁਲਾਰਿਆਂ ਦੇ ਆਪਣੇ ਦਸਤਾਵੇਜ਼ ਕਹਿੰਦੇ ਹਨ ਕਿ ਜੈੱਟ ਬਾਲਣ ਅਤੇ ਦਫ਼ਤਰੀ ਸਾਜ਼ੋ ਸਮਾਨ ਦੀਆਂ ਅੱਗਾਂ ਟਿੱਲ ਦਾ ਜ਼ੋਰ ਲਾਇਆ 2000
ਫਾਰਨਹਾਈਟ ਗਰਮੀ ਤੋਂ ਉੱਪਰ ਨਹੀਂ ਜਾ ਸਕਦੀਆਂ। ਕੁੱਲ ਦੁਨੀਆ ਜਾਣਦੀ ਹੈ ਕਿ ਸਟੀਲ 2800 F ਤੇ ਪੰਘਰਨਾ ਸ਼ੁਰੂ ਹੁੰਦਾ ਹੈ। ਤਾਪਮਾਨ ਦਾ 800 ਡਿਗਰੀ ਦਾ ਪੱਖਾ ਤਾਂ ਸਿਰਫ ਝੂਠ ਦਿਆਂ ਪੁਲੰਦਿਆਂ ਜਾਂ ਅਖਬਾਰਾਂ ਤੇ ਟੀਵੀ ਰਾਹੀਂ ਨਿਰੰਤਰ ਦੁਹਰਾਈ ਨਾਲ ਹੀ ਪੂਰਿਆ ਜਾ ਸਕਦਾ ਹੈ, ਜੋ ਕਿ ਕੀਤਾ ਗਿਆ ਤੇ ਕੀਤਾ ਜਾ ਰਿਹਾ। ਅੱਗ ਬੁਝਾਊ ਕਾਮਿਆਂ ਨੇ ਆਪਣੀਆਂ ਅੱਖਾਂ ਨਾਲ ਪੰਘਰੇ ਹੋਏ ਸਟੀਲ ਦੇ ਛੱਪੜ ਵੇਖੇ ਹਨ। ਫਿਲਮ ਨੰਬਰ 1 ਅਤੇ 2 ਟਾਵਰਾਂ ਦੇ ਪਾਸਿਆਂ ਵਿੱਚੋਂ ਪੰਘਰੇ ਸਟੀਲ ਦੀਆਂ ਵਗਦੀਆਂ ਧਾਰਾਂ ਦਿਖਾਈ ਦਿੰਦੀਆਂ ਹਨ। ਬੱਚੇ ਜਦੋਂ ਸਾਬਣ ਦੇ ਬੁਲਬੁਲੇ ਉਡਾਉਂਦੇ ਹਨ ਤਾਂ ਉਹ ਬਣਦਿਆਂ ਹੀ ਗੁਲਾਈ ਫੜ ਲੈਂਦੇ ਹਨ। ਇਸੇ ਤਰ੍ਹਾਂ ਖੰਘਣ, ਨਿੱਛ ਮਾਰਨ ਆਦਿ ਨਾਲ ਜੋ ਬਾਰੀਕ ਛਿੱਟਾਂ ਉੱਡਦੀਆਂ ਹਨ ਉਹ ਸ਼ਕਲ ਵਿੱਚ ਸਭ ਗੋਲ ਹੁੰਦੀਆਂ ਹਨ। ਨੰਗੀ ਅੱਖ ਨਾਲ ਨਹੀਂ, ਸਿਰਫ ਮਾਈਕਰੋਸਕੋਪ ਵਿੱਚ ਇਹ ਗੁਲਾਈ ਦਿਖੇਗੀ। 9/11 ਨੂੰ ਸਟੀਲ ਪੰਘਰ ਦੀ ਕੈਮੀਕਲ ਸਮੱਗਰੀ ਅਤੇ ਧਮਾਕਿਆਂ ਦੇ ਨਾਲ ਇਮਾਰਤਾਂ ਦਾ ਸਟੀਲ ਇੰਜ ਉੱਡਿਆ ਜਿਵੇਂ ਕੇਤਲੀ ਵਿੱਚੋਂ ਭਾਫ਼ ਉੱਡਦੀ ਹੈ। ਟਾਵਰ ਨੰਬਰ 1 ਉੱਪਰ 400 ਫੁੱਟ ਉੱਚਾ ਸਟੀਲ ਐਂਟੀਨਾ ਭਾਫ਼ ਬਣ ਕੇ ਉੱਡ ਗਿਆ। ਸਟੀਲ ਦੀ ਇਸ ਭਾਫ਼ ਵਿੱਚ ਸਨ ਅਰਬਾਂ ਖਰਬਾਂ ਬਲਕਿ ਅਸੰਖਾਂ ਮਹਾਨ ਸਟੀਲ ਦੇ ਗੋਲਕਾਰ ਦਾਣੇ, ਜਿਹੜੇ ਨਿਊਯਾਰਕ ਦੀ ਧਰਤੀ ਉੱਤੇ ਹਰ ਪਾਸੇ ਖਿਲਰ ਗਏ। 9/11 ਪਿੱਛੋਂ ਉਸ ਇਲਾਕੇ ਵਿੱਚੋਂ ਲੋਕਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ, ਪਰ ਸਾਇੰਸੀ ਖੋਜੀਆਂ ਨੂੰ ਘੱਟੇ ਦੇ ਵਿੱਚੋਂ ਸਟੀਲ ਦੇ ਗੋਲਾਕਾਰ ਆਂਡੇ ਲੱਭਣ ਤੋਂ ਕੌਣ ਰੋਕ ਸਕਦਾ ਸੀ। ਖੁਰਦਬੀਨ ਹੇਠਾਂ ਇਹ ਆਂਡੇ ਮੁਕੰਮਲ ਗੋਲ ਦਿਸਦੇ ਸਨ। ਇਹ ਇੱਕ ਪਰਪੱਕ ਸਬੂਤ ਹੈ ਕਿ ਅੰਤਾਂ ਦੀ ਗਰਮੀ ਅਤੇ ਵਿਸਫੋਟਕ ਸਮੱਗਰੀ ਦੀ ਵਰਤੋਂ ਹੋਈ ਹੈ। ਹਵਾਈ ਜਹਾਜ਼ ਦੇ ਰਤਾ ਜਿੰਨੇ ਹੱਲੇ ਨੇ ਇਮਾਰਤਾਂ ਦਾ ਕੀ ਖੋਹ ਲੈਣਾ ਸੀ। ਸਟੀਲ ਪੰਘਰ ਦਾ ਨੈਨੋ ਥਰਮਾਮਾਈਟ ਖੋਜੀ ਤਾਂ ਪੈੜ ਪਿੱਛੇ ਚੱਲਦੇ ਬੁਰੇ ਦੇ ਘਰ ਪਹੁੰਚ ਜਾਂਦੇ ਹਨ। ਸਾਇੰਸਦਾਨਾਂ ਨੇ ਨਿਊਯਾਰਕ ਦੇ ਘੱਟੇ ਵਿੱਚੋਂ ਉਹ ਤੱਤ ਵੀ ਲੱਭ ਲਿਆ ਜਿਸ ਦੀ ਮਦਦ ਨਾਲ ਅਤਿਅੰਤ ਗਰਮੀ ਪੈਦਾ ਕੀਤੀ ਗਈ ਅਤੇ ਸਟੀਲ ਦੀਆਂ ਨਦੀਆਂ ਵਹਿ ਗਈਆਂ। ਇਸ ਦਾ ਨਾਮ ਹੈ ਨੈਨੋ ਥਰਮਾਈਟ। ਇਸ ਦੇ ਕਿਣਕੇ ਇਨਸਾਨੀ ਵਾਲ ਨਾਲੋਂ 1000 ਗੁਣਾ ਛੋਟੇ ਹਨ। 2001 ਵਿੱਚ ਇਹ ਟੈਕਨੋਲੋਜੀ ਸਿਰਫ ਅਮਰੀਕਾ ਫੌਜ ਦੇ ਹੱਥ ਵਿੱਚ ਸੀ। ਸਾਫ਼ ਹੈ ਕਿ ਵਰਲਡ ਟ੍ਰੇਡ ਸੈਂਟਰ ਦੇ ਮਾਲਕ ਦੀ ਇਸ ਟੈਕਨੋਲੋਜੀ ਤੱਕ ਪਹੁੰਚ ਸੀ। ਇਹਨਾਂ ਟਾਵਰਾਂ ਦੇ ਮਾਲਕ ਦਾ ਨਾਮ ਹੈ ਲਾਰੀ ਸਿਲਵਰਸਟੀਨ ਅਤੇ ਇਸ ਦੀ ਕੰਪਨੀ ਦਾ ਨਾਮ ਹੈ ਕੰਟਰੋਲ ਡੈਮੋਲੀਸ਼ਨ ਇੰਕ, ਜਿਸ ਦਾ ਕੰਮ ਹੀ ਹੈ ਉੱਚੀਆਂ ਇਮਾਰਤਾਂ ਨੂੰ ਡੇਗਣਾ। ਕਿਆ ਮੇਲ ਹੈ, ਕਿਆ ਤਾਲਮੇਲ ਹੈ, ਜਿਵੇਂ ਕਈ ਸਾਜਿੰਦਿਆਂ ਨੇ ਰਲ ਕੇ ਕੋਈ ਰਾਗ ਅਲਾਪਿਆ ਹੋਵੇ। ਪਿਛਲੇ 8 ਸਾਲਾਂ ਤੋਂ ਇੱਕੋ ਘਸਿਆ ਹੋਇਆ ਗੀਤ ਸੁਣ ਰਹੇ ਹਾਂ। ਅਮਰੀਕਾ ਉੱਤੇ ਬਿਨ ਲਾਦੇਨ ਦੇ ਅੱਤਵਾਦੀਆਂ ਨੇ ਇਹ ਤਬਾਹੀ ਲਿਆਂਦੀ, ਇਸ ਲਈ ਸਾਡੀਆਂ ਫੌਜਾਂ ਕੁੱਲ ਦੁਨੀਆ 'ਚੋਂ ਅੱਤਵਾਦ ਖਤਮ ਕਰਕੇ ਹੀ ਵਾਪਸ ਆਉਣਗੀਆਂ, ਭਾਵੇਂ ਅਜਿਹਾ ਕਰਨ ਲਈ ਕਿੰਨੇ ਹੀ ਦੇਸ਼ ਤਬਾਹ ਨਾ ਕਰਨੇ ਪੈਣ। ਲੱਖਾਂ ਕਰੋੜਾਂ ਲੋਕ ਮਰ ਜਾਣ ਜਾਂ ਉੱਜੜ ਜਾਣ, ਕਿੰਨੇ ਵੀ ਆਪਣੇ ਸਿਪਾਹੀ ਮਰ ਜਾਣ ਜਾਂ ਜ਼ਖਮੀ ਹੋ ਜਾਣ, ਭਾਵੇਂ ਕਿੰਨੀ ਹੀ ਆਰਥਿਕ ਮੰਦੀ ਆਪਣੇ ਦੇਸ਼ ਅੰਦਰ ਆ ਜਾਵੇ ਅਤੇ ਅਸ਼ਾਂਤੀ ਫੈਲ ਜਾਵੇ, ਨੇਕ ਸ਼ਾਂਤੀ ਲਈ ਯਤਨ। ਵਾਹ ਵਾਹ! ਅੱਜ ਨੇਕ ਮਿਹਨਤੀ ਅਮਰੀਕਨ ਲੋਕਾਂ ਉੱਤੇ ਬਦੀ ਦੀਆਂ ਤਾਕਤਾਂ ਹਾਵੀ ਹੋ ਗਈਆਂ। ਕਹਿਣ ਨੂੰ ਉਹ 2 ਸਿਆਸੀ ਪਾਰਟੀਆਂ ਨੇ, ਪਰ ਅਸਲ ਵਿੱਚ ਉਹ ਇੱਕ ਹੀ ਹਨ। ਜੌੜੇ ਟਾਵਰਾਂ ਉੱਤੇ 9/11 ਦੀ ਘਟਨਾ ਬੱਧ ਸ਼ਕਤੀਆਂ ਦੀ ਸ਼ਾਹ ਰਗ ਹਨ। ਅਮਰੀਕਾ ਅਤੇ ਦੁਨੀਆ ਦੇ ਕੁੱਲ ਜਾਣੂ ਲੋਕ ਇਸ ਸ਼ਾਹ ਰਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਇਸੇ ਨੁਕਤੇ ਤੋਂ ਇਤਿਹਾਸ ਨੇ ਪਾਸਾ ਪਲਟਣਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਆਪ ਆਪਣੀਆਂ ਅੱਖਾਂ ਖੋਲ੍ਹੀਏ। ਆਖਰੀ ਪੱਟੀ। ਕੋਈ ਕੌਮ ਅਣਜਾਣ ਰਹਿ ਕੇ ਆਪਣੀ ਆਜ਼ਾਦੀ ਕਾਇਮ ਰੱਖ ਸਕੇ, ਅਜਿਹਾ ਨਾ ਕਦੇ ਹੋਇਆ ਹੈ, ਨਾ ਹੀ ਕਦੇ ਹੋਵੇਗਾ। ਖਬਰਦਾਰੀ ਤੋਂ ਬਿਨਾਂ ਲੋਕਾਂ ਦੀ ਰੱਖ ਨਹੀਂ ਹੋ ਸਕਦੀ। ਜਦੋਂ ਪ੍ਰੈਸ ਆਜ਼ਾਦ ਹੋਵੇ ਅਤੇ ਸਭ ਲੋਕ ਪੜ੍ਹ ਸਕਦੇ ਹੋਣ ਤਾਂ ਸਭ ਦੀ ਹਿਫਾਜ਼ਤ ਹੈ। ਸਾਡਾ ਪ੍ਰੈਸ ਆਜ਼ਾਦ ਨਹੀਂ ਹੈ। ਇਹ ਬੇਅੰਤ ਕਾਰੋਬਾਰੀ, ਸਿਆਸੀ, ਫੌਜੀ ਅਤੇ ਅੰਤਰਰਾਸ਼ਟਰੀ ਦਬਾਅ ਹੇਠ ਅਤੇ ਆਪਣੇ ਖੋਜੀ ਵਸੀਲਿਆਂ ਦੀ ਕਮੀ ਦਾ ਮਾਰਿਆ ਪਿਆ ਹੈ। ਸਾਡੇ ਲੋਕ ਪੁਸ਼ਤਾਂ ਤੋਂ ਪੜ੍ਹਨ ਅਤੇ ਗੁੜਨ ਦੇ ਰੁਝਾਨ ਤੋਂ ਮਹਿਰੂਮ ਹਨ। ਸਾਡਾ ਕੁੰਭਾ ਥੋਥੀਆਂ ਖਬਰਾਂ ਅਤੇ ਫੋਕੀਆਂ ਫੜਾਂ ਦਾ ਸ਼ਿਕਾਰ ਹੈ। ਨਾਕਸ ਖਬਰ, ਨਖਿੱਧ ਆਚਰਣ, ਅਸਥਿਰ ਅਰਖ ਸਮਾਜ। ਕਿਤਾਬ ਦੂਜਾ ਪਾਸਾ। ਲੇਖਕ ਡਾਕਟਰ ਦਲਜੀਤ ਸਿੰਘ। ਭਾਗ 9ਵਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।